ਓਕੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਕੱਲ ਮੈਚ ਹੋਇਆ ਜੀ ਪਾਕਿਸਤਾਨ ਤੇ ਅਮਰੀਕਾ ਦੀ ਟੀਮ ਦਾ। ਮੈਚ ਤਾਂ ਕ੍ਰਿਕਟ ਦਾ ਹੋਵੇ ਤੇ ਫਿਰ ਪੂਰੀ ਦੁਨੀਆ ਦੀ ਨਜ਼ਰ ਹੁੰਦੀ ਤੇ ਪਾਕਿਸਤਾਨ ਦੀ ਜਿਹੜੀ ਕੌਮ ਹੈ ਉਹ ਤਾਂ ਕ੍ਰਿਕਟ ਦੀ ਉਂਝ ਹੀ ਸ਼ਦਾਈ। ਪਰ ਇਹਨਾਂ ਸ਼ਦਾਈਆਂ ਨੂੰ ਪਿਛਲੇ ਕਈ ਸਾਲਾਂ ਦੇ ਉੱਤੋਂ ਜਿਹੜੀ ਟੀਮ ਝਟਕੇ ਦੇ ਰਹੀ ਹੈ ਨਾ, ਇਹਨੇ ਸਾਨੂੰ ਹੋਰ ਤਰ੍ਹਾਂ ਦਾ ਇੱਕ ਸ਼ਦਾਈ ਕਰ ਦਿੱਤਾ ਹੈ। ਤੇ ਇਹ ਮੈਚ ਦੇ ਵਿੱਚ ਸਾਡੇ ਨਾਲ ਹੋਇਆ ਕਿ ਉਹ ਅਮਰੀਕਾ ਦੀ ਨਵੀਂ ਟੀਮ ਜਿਹੜੀ ਹੈ ਉਹ ਪਾਕਿਸਤਾਨ ਦੇ ਤਜਰਬਾਕਾਰ ਤੇ ਪੁਰਾਣੀ ਟੀਮ ਨੂੰ ਕਿਵੇਂ ਹਰਾਤਾ ਉਹਨੇ, ਇਹਦੇ ਵਿੱਚ ਕੀ ਕੀ ਖਾਮੀਆਂ ਸਨ ਔਰ ਇਹ ਪਾਕਿਸਤਾਨ ਨੂੰ ਕਿਹੜੇ ਪਾਸੇ ਧਿਆਨ ਦੇਣ ਦੀ ਲੋੜ, ਇਹਦੇ ਉੱਤੇ ਗੱਲ ਕਰਨ ਵਾਸਤੇ ਅਸੀਂ ਅੱਜ ਆਪਣੇ ਦੋਸਤ ਔਰ ਕ੍ਰਿਕਟ ਦੇ ਮਸ਼ਹੂਰ ਮਾਰੂਫ ਤਜਜ਼ੀਆਕਾਰ ਜਨਾਬ ਅਬਦੁਲਸਤਾਰ ਹਾਸ਼ਮੀ ਸਾਹਿਬ ਨੂੰ ਜ਼ਹਿਮਤ ਦਿੱਤੀ ਕਿ ਅੱਜ ਦੇ ਵਲੌਗ ਦੇ ਵਿੱਚ ਉਹ ਸਾਨੂੰ ਦੱਸਣ ਜ਼ਰਾ ਕਿ ਸਾਡੇ ਨਾਲ ਹੋਣ ਕੀ ਡਿਆ। ਜੀ ਹਾਸ਼ਮੀ ਸਾਹਿਬ। ਸਰ, ਇਹ ਜੋ ਕੁਝ ਹੋਇਆ ਨਾ, ਇਹ ਤਵੱਕੁਆਤ ਦਾ ਖੇਲ ਸੀ ਕਿ ਅਸੀਂ ਬੜੀ ਹਾਈ ਹੋਪਸ ਆਪਣੀ ਟੀਮ ਨਾਲ ਰੱਖੀਆਂ ਸੀ, ਲੇਕਿਨ ਉਹ ਪੂਰੀਆਂ ਨਹੀਂ ਹੋ ਸਕੀਆਂ। ਉਹਦੀ ਜਿਹੜੀ ਵਜ੍ਹਾ ਹੈ ਨਾ, ਉਹ ਸਿਰਫ ਇਹ ਹੈ ਕਿ ਸਾਡੀ ਜਿਹੜੀ ਟੀਮ ਹੈ ਨਾ, ਉਹਦੇ 'ਚ ਜ਼ਿੱਦ, ਅਨਾ ਤੇ ਜ਼ਾਤੀ ਫੈਸਲੇ ਸ਼ਾਮਿਲ ਹੁੰਦੇ ਨੇ। ਤੁਸੀਂ ਦੇਖੋ ਕਿ 2021 ਦੇ ਵਰਲਡ ਕੱਪ 'ਚ ਅਸੀਂ ਸੈਮੀਫਾਈਨਲ ਖੇਲੇ ਸੀ, 2022 ਦੇ ਵਰਲਡ ਕੱਪ 'ਚ ਅਸੀਂ ਫਾਈਨਲ ਖੇਲੇ ਸੀ, ਇੰਗਲੈਂਡ ਤੋਂ ਹਾਰੇ ਸੀ। 2024 ਦਾ ਜਿਹੜਾ ਵਰਲਡ ਕੱਪ ਹੈ ਉਹ ਸਾਨੂੰ ਜਿੱਤਣਾ ਚਾਹੀਦਾ ਹੈ, ਲੇਕਿਨ ਪਹਿਲਾ ਹੀ ਮੈਚ ਜਿਹੜਾ ਕਿ ਅਮਰੀਕਾ ਨੇ ਸਾਨੂੰ ਹਰਾ ਦਿੱਤਾ ਹੈ, ਇਹ ਇੱਕ ਬੜਾ ਟਰਨਿੰਗ ਪੁਆਇੰਟ ਸਾਬਤ ਹੋਇਆ ਹੈ। ਜਿਹੜੀ ਤੁਸੀਂ ਇਹ ਕਹਿੰਦੇ ਜੇ ਨਾ ਕਿ ਉਹ ਨੋ ਮੋਜ਼ ਟੀਮ ਸੀ, ਨਈ ਟੀਮ ਸੀ, ਮੈਂ ਤੁਹਾਨੂੰ ਦੱਸਦਾ ਕਿ ਅਮਰੀਕਾ ਦੇ ਵਿੱਚ ਜਿਹੜੀ ਕ੍ਰਿਕਟ ਸੀ ਨਾ, ਉਹ 18ਵੀਂ ਸਦੀ ਦੇ ਵਿੱਚ ਉਨੀ ਹੀ ਖੇਲੀ ਜਾਂਦੀ ਸੀ ਜਿੰਨੀ ਬਰਤਾਨੀਆ 'ਚ ਖੇਲੀ ਜਾਂਦੀ ਸੀ। ਲੇਕਿਨ ਹਾਲਾਤ ਜਿਹੜੇ ਸੀ ਨਾ, ਉਹ ਬਰਤਾਨੀਆ ਨੇ ਇਹਨੂੰ ਇੰਨਾ ਫਰੋਗ ਨਹੀਂ ਦਿੱਤਾ ਜਾਂ ਅਮਰੀਕਨ ਕ੍ਰਿਕਟ ਨੂੰ ਇੰਨਾ ਜ਼ਿਆਦਾ ਨਹੀਂ ਕਰ ਰਹੇ ਸੀ ਕਿ ਅਮਰੀਕਨ ਕ੍ਰਿਕਟ ਜਿਹੜੀ ਉਹ ਫਲੇ ਫੁਲੇ, ਲਿਹਾਜ਼ਾ ਉਹ ਇੱਕ ਸਦੀ ਤੱਕ ਜਿਹੜਾ ਨਾ ਇਹਨਾਂ ਨਾਲ ਜ਼ੁਲਮ ਕਰਦੇ ਰਹੇ ਔਰ ਉਸ ਤੋਂ ਬਾਅਦ ਇਹ ਆਹਿਸਤਾ ਆਹਿਸਤਾ ਰਗਬੀ ਤੇ ਬੇਸਬਾਲ ਇਹਦੇ 'ਚ ਆ ਗਈ। 1965 ਦੇ ਵਿੱਚ ICC ਨੇ ਪਹਿਲੀ ਦਫਾ ਅਮਰੀਕਾ ਨੂੰ ਜਿਹੜੀ ਹੈ ਨਾ ਉਹ ਰੁਕਨੀਅਤ ਦਿੱਤੀ ਔਰ ਉਸ ਤੋਂ ਬਾਅਦ ਇਹਨਾਂ ਨੇ ਟੀਮ ਬਣਾਉਣਾ ਸ਼ੁਰੂ ਕਰ ਦਿੱਤੀ। ਹੁਣ ਤੁਸੀਂ ਦੇਖੋ ਕਿ ਅਮਰੀਕਾ ਦੀ ਜਿਹੜੀ ਟੀਮ ਹੈ ਨਾ, ਉਹ ਅਮਰੀਕਾ ਦੀ ਟੀਮ ਨਹੀਂ ਹੈ, ਪੂਰੀ ਦੁਨੀਆ ਦੇ ਵਿੱਚੋਂ ਉਹਨਾਂ ਨੇ ਖਿਡਾਰੀ ਚੁਣ ਕੇ ਵਿੱਚ ਸ਼ਾਮਿਲ ਕੀਤੇ ਨੇ। ਉਹਨਾਂ ਦਾ ਕਪਤਾਨ ਜਿਹੜਾ ਉਹ ਇੰਡੀਆ ਦਾ ਹੈ, ਉਹਦੇ ਵਿੱਚ ਕੋਰੀਸਨ ਜਿਹੜਾ ਉਹ ਵੀ, ਐਂਡਰਸਨ ਜਿਹੜਾ ਉਹ ਵੀ ਖੇਲਦਾ ਨਿਊਜ਼ੀਲੈਂਡ ਦਾ। ਉਹਦੇ ਵਿੱਚ ਮੁਖਤਲਿਫ ਲੋਕ ਜਿਹੜੇ ਨੇ ਉਹ ਇਕੱਠੇ ਹੋ ਕੇ ਆਉਂਦੇ ਨੇ। ਅੱਛਾ, ਵਜ੍ਹਾ ਸਿਰਫ ਇਹ ਹੈ, ਜਿਹੜੀ ਬੁਨਿਆਦੀ ਫਰਕ ਪਿਆ ਨਾ ਜਿਹੜਾ, ਉਹ ਇਹ ਹੈ ਕਿ ਜੋ ਡਰ ਗਿਆ ਉਹ ਮਰ ਗਿਆ। ਪਾਕਿਸਤਾਨ ਟੀਮ ਜਿਹੜਾ ਨਾ ਉਹ ਪੈਨਿਕ ਹੋ ਜਾਂਦੀ ਹੈ, ਉਹਨਾਂ ਦੇ ਅਸਾਬ ਇੰਨੇ ਕਮਜ਼ੋਰ ਨੇ, ਥੱਕੀ ਹੋਈ ਨਫਸੀਆਤ ਤੇ ਥੱਕੀ ਹੋਈ ਜਿਹੜੀ ਉਹਨਾਂ ਦੀ ਇੱਕ ਅਸਾਬੀ ਜੰਗ ਜਿਹਦੇ 'ਚ ਰਹਿੰਦੇ ਨੇ ਨਾ, ਉਹ ਉਹਦੇ ਤੋਂ ਨਾਕਾਮ ਹੋ ਜਾਂਦੇ ਨੇ। ਮੈਂ ਸਮਝਣਾ ਕੱਲ ਦੇ ਮੈਚ ਦੀ ਜਿਹੜੀ ਸ਼ਿਕਸਤ ਸੀ ਨਾ, ਉਹ ਸਿਰਫ ਔਰ ਸਿਰਫ ਜਿਹੜਾ ਸੀ ਉਹ ਮਾਈਂਡ ਸੈਟ ਦਾ ਜਿਹੜਾ ਨਾ ਕਮਜ਼ੋਰ ਹੋਣਾ ਸੀ। ਅੱਛਾ, ਇਹ ਹਾਸ਼ਮੀ ਸਾਹਿਬ ਇਹਦਾ ਮਤਲਬ ਤਾਂ ਇਹ ਹੋਇਆ ਕਿ ਸਪੋਰਟਸਮੈਨਸ਼ਿਪ ਜਿਹੜੀ ਹੁੰਦੀ ਉਹ ਤੁਹਾਨੂੰ ਦੱਸਦੀ ਕਿ ਜ਼ਿਹਨੀ ਤੌਰ ਤੇ ਤੁਸੀਂ ਮਜ਼ਬੂਤ ਹੋਵੋ ਔਰ ਜਿਸਮਾਨੀ ਤੌਰ ਤੇ ਤੁਸੀਂ ਤਗੜੇ ਹੋਵੋ ਔਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਕਾਰਕਰਦਗੀ ਉਹਦੇ ਵਿੱਚ ਇੱਕ ਤਸਲਸਲ ਹੋਵੇ। ਤੇ ਪਾਕਿਸਤਾਨ ਦੀ ਟੀਮ ਦੇ ਵਿੱਚ ਇਹ ਤਿੰਨੇ ਚੀਜ਼ਾਂ ਨਹੀਂ ਹੈਗੀਆਂ। ਐਗਜ਼ੈਕਟਲੀ ਨਹੀਂ ਹੈ, ਬਿਲਕੁਲ ਨਹੀਂ ਹੈ। ਹਾਂਜੀ। ਤੇ ਕਪਤਾਨੀ ਨੂੰ ਤੁਸੀਂ ਕਿਵੇਂ ਵੇਖੋਗੇ? ਦੇਖिए, ਬਾਬਰ ਜਿਹੜਾ ਉਹ ਪਿਛਲੇ 4-5 ਸਾਲਾਂ ਤੋਂ ਕਪਤਾਨ ਰਿਹਾ, ਲੇਕਿਨ ਉਹਨੇ ਸਿੱਖਿਆ ਕੁਛ ਨਹੀਂ, ਮੈਂ ਸਮਝਦਾ। ਕੱਲ ਦੀ ਸ਼ਿਕਸਤ ਦੇ ਵਿੱਚ ਉਹਦਾ ਵੀ ਬੜਾ ਹੱਥ ਸੀ। ਮੈਂ ਤੁਹਾਨੂੰ ਦੋ ਮਿਸਾਲਾਂ ਦਿੰਦਾ। ਇੱਕ ਮਿਸਾਲ ਤਾਂ ਇਹ ਸੀ ਕਿ ਜਦੋਂ ਸੁਪਰ ਪਾਵਰ ਸ਼ੁਰੂ ਹੋਇਆ, ਉਹਨਾਂ ਦਾ ਜਿਹੜਾ ਬੋਲਰ ਸੀ ਉਹ ਲੈਫਟ ਹੈਂਡ ਸੀ, ਉਹਨੂੰ ਲੈਫਟ ਹੈਂਡ ਬੈਟਰ ਹੀ ਮਾਰ ਸਕਦਾ ਸੀ। ਠੀਕ ਹੈ। ਮੈਨੂੰ ਦੱਸੇ ਬਾਬਰ ਆਜ਼ਮ ਨੇ ਕੀ ਸੋਚ ਕੇ ਇਫਤਖਾਰ ਅਹਿਮਦ ਨੂੰ ਸਟ੍ਰਾਈਕ ਐਂਡ ਤੇ ਭੇਜ ਦਿੱਤਾ ਤੇ ਫਖਰ ਜ਼ਮਾਨ ਜਿਹੜਾ ਕਾਮਯਾਬ ਹੋ ਸਕਦਾ ਸੀ, ਉਹਨੂੰ ਇੱਕ ਗੇਮ ਖੇਲਣ ਦਾ ਮੌਕਾ ਨਹੀਂ ਮਿਲਿਆ। ਇੱਕ ਮਿਸਾਲ ਇਹ ਸੀ। ਦੂਸਰੀ ਮਿਸਾਲ ਇਹ ਹੈ ਕਿ ਜਨਾਬ ਤੁਸੀਂ ਆਖਰੀ ਓਵਰ ਹਾਰਿਸ ਰਊਫ ਨੂੰ ਦਿੱਤਾ ਹੈ। ਹਾਰਿਸ ਰਊਫ ਬੜਾ ਅੱਛਾ ਬੋਲਰ ਹੈ, ਲੇਕਿਨ ਪ੍ਰੈਸ਼ਰ ਨਹੀਂ ਝੇਲ ਸਕਦਾ, ਪ੍ਰੈਸ਼ਰ ਹੈਂਡਲ ਨਹੀਂ ਕਰ ਸਕਦਾ ਔਰ ਉਹ ਪੈਨਿਕ ਹੋ ਗਿਆ। ਇਹੀ ਵਜ੍ਹਾ ਹੈ ਕਿ 15 ਰਨਸ ਬੜੇ ਰਨ ਸੀ ਆਖਰੀ, ਔਰ ਉਹ ਆਖਰ 'ਚ ਪੂਰੇ ਕਰਵਾ ਕੇ ਉਹਨੇ ਸੁਪਰ ਓਵਰ ਲੈ ਗਿਆ। ਹੁਣ ਤੁਸੀਂ ਮੈਨੂੰ ਦੱਸੋ ਕਿਹੜਾ ਬੋਲਰ ਹੈ ਜਿਹੜਾ ਆਖਰੀ ਗੇਮ ਜਿਹੜਾ ਨਾ ਉਹ ਫੁੱਲ ਟਾਸ ਸੁੱਟ ਕੇ ਤੇ ਉਹਦੇ ਕੋਲੋਂ ਬਾਉਂਡਰੀ ਖਾਏਗਾ? ਤੇ ਸੁਪਰ ਓਵਰ ਕਿਹਨੇ ਕੀਤਾ ਸੀ ਹਾਸ਼ਮੀ ਸਾਹਿਬ? ਸੁਪਰ ਓਵਰ ਆਮਿਰ ਨੇ ਕੀਤਾ ਸੀ, ਲੇਕਿਨ ਤਜਰਬਾਕਾਰ ਬੋਲਰ ਸੀ। ਠੀਕ ਹੈ। ਆਮਿਰ ਨੇ ਜਿਹੜਾ 19ਵਾਂ ਓਵਰ ਕੀਤਾ ਸੀ ਨਾ, ਉਹ ਦੇਖਣ ਵਾਲਾ ਸੀ। ਅਗਰ ਆਮਿਰ ਦੇ ਉਸ ਓਵਰ ਦੀ ਲਿਆਜ ਰੱਖ ਲੈਂਦਾ ਨਾ ਹਾਰਿਸ ਰਊਫ, ਤੇ ਸਾਨੂੰ ਸੁਪਰ ਓਵਰ ਜਾਣ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ। ਹੁਣ ਸੁਪਰ ਓਵਰ 'ਚ ਜਦੋਂ ਚਲੇ ਗਏ, ਉੱਥੇ ਜਾ ਕੇ ਆਮਿਰ ਜੈਸਾ ਬੜਾ ਬੋਲਰ ਇੱਕ ਡੈਬਿਊ ਕਰਨੇ ਵਾਲੀ ਟੀਮ ਦੇ ਖਿਲਾਫ ਆਪਣੀ ਲਾਈਨ ਤੇ ਖੋ ਬੈਠਾ। ਉਹ ਇਹ ਪ੍ਰੈਸ਼ਰ ਸੀ ਜਿਹੜਾ ਉਹ ਹੈਂਡਲ ਨਹੀਂ ਕਰ ਪਾਇਆ, ਪੂਰੀ ਟੀਮ ਹੀ ਹੈਂਡਲ ਨਹੀਂ ਕਰ ਪਾਈ। ਹੁਣ ਸਾਡੀ ਟੀਮ ਦਾ ਟੂਰਨਾਮੈਂਟ 'ਚ ਰਹਿਣਾ ਤੁਹਾਨੂੰ ਕਿੰਜ ਲੱਗਣ ਡਿਆ ਕਿ ਇਮਕਾਨ ਹੈਗਾ ਕੋਈ? ਸਰ, ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ, ਅਮਰੀਕਾ ਦੇ ਇਸ ਵੇਲੇ 4 ਪੁਆਇੰਟ ਨੇ। ਸਾਡਾ ਅਗਲਾ ਮੈਚ ਇੰਡੀਆ ਨਾਲ ਹੈ, ਜਿਹਦੇ ਜਿੱਤਣ ਦੇ ਕੋਈ ਚਾਂਸਸ ਨਹੀਂ। ਉਸ ਤੋਂ ਬਾਅਦ ਆਇਰਲੈਂਡ ਤੋਂ ਜਿੱਤਣ ਦੇ ਕੋਈ ਚਾਂਸ ਨਹੀਂ। ਇੱਕ ਅੱਧੀ ਟੀਮ ਹੋ ਰਹੀ ਹੈ ਯੂਗੰਡਾ ਦੀ, ਉਹਦੇ ਕੋਲ ਸ਼ਾਇਦ ਅਸੀਂ ਜਿੱਤ ਜਾਈਏ ਤੇ ਸਾਡੇ ਪੁਆਇੰਟ ਬੜੇ ਥੋੜੇ ਨੇ। ਤੇ ਮੇਰਾ ਖਿਆਲ ਹੈ ਕਿ ਅਸੀਂ ਇਸੇ ਸਟੇਜ ਤੋਂ ਵਾਪਸ ਆ ਜਾਵਾਂਗੇ। ਸੁਪਰ 8 ਵਿੱਚ ਜਾਣ ਦੀ ਕੋਈ ਕੋਈ ਰਾਹ ਨਹੀਂ, ਸਮਝ ਲਓ। ਜੇ ਤੁਹਾਡੇ ਮਿਡਲ ਆਰਡਰ ਦੇ ਵਿੱਚ ਆਜ਼ਮ, ਸ਼ਾਦਾਬ ਔਰ ਇਫਤਖਾਰ ਹੈ ਤੇ ਫਿਰ ਤੁਸੀਂ ਕੁਝ ਵੀ ਨਹੀਂ ਜੇ। ਇਹ ਬਾਰ-ਬਾਰ ਲੋਕ ਨਿਸ਼ਾਨਦੀ ਕਰਨ ਡਏ ਨੇ ਆਜ਼ਮ ਖਾਨ ਦੀ ਕਾਰਕਰਦਗੀ ਦਾ, ਸ਼ਾਦਾਬ ਦੀ ਕਾਰਕਰਦਗੀ ਦਾ,
ਤੇ ਇਹ ਟੀਮ ਮੈਨੇਜਮੈਂਟ ਜਿਹੜੀ ਹੈ ਇਹਨਾਂ ਨੂੰ ਸਮਝ ਨਹੀਂ ਲੱਗਦੀ। ਉਹ ਕਹਿੰਦੇ ਨੇ ਅਸੀਂ ਜ਼ਿਆਦਾ ਤਜਰਬਾਕਾਰ ਹਾਂ, ਸਾਡਾ ਐਕਸਪੋਜ਼ਰ ਵੀ, ਅਸੀਂ ਸਪੋਰਟਸਮੈਨ ਵੀ, ਇਹੋ ਹੀ ਲੋਕ ਵੀ। ਚਲੋ ਨਕਵੀ ਸਾਹਿਬ ਜਿਹੜੇ ਨੇ ਉਹ ਬਾਹਰੋਂ ਆਏ ਨੇ, ਲੇਕਿਨ ਥੱਲੇ ਬੋਰਡ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀ ਨੇ, ਮਸ਼ੀਰ ਨੇ। ਸਰ ਦੋ ਤਿੰਨ ਚੀਜ਼ਾਂ ਨੇ। ਇੱਕ ਤੇ ਜਿਹੜੀ ਸਾਡੀ ਸਿਲੈਕਸ਼ਨ ਕਮੇਟੀ ਸਤਰਕ ਨਹੀਂ ਹੈ, ਉਹਦੇ ਵਿੱਚ ਚੇਅਰਮੈਨ ਕੋਈ ਨਹੀਂ ਹੈਗਾ, ਲੇਕਿਨ ਉਹਦੇ ਵਿੱਚ ਜਿਹੜਾ ਸਭ ਤੋਂ ਪਾਵਰਫੁਲ ਤਾਕਤ ਹੈ ਨਾ, ਉਹ ਟੀਮ ਦਾ ਸੀਨੀਅਰ ਮੈਨੇਜਰ ਵੀ ਹੈ। ਔਰ ਉਹ ਬੰਦਾ ਸਾਰੀ ਜ਼ਿੰਦਗੀ ਉਸ ਦਰਜੇ ਦੀ ਕ੍ਰਿਕਟ ਖੇਡਦਾ ਰਿਹਾ ਹੈ, ਔਰ ਉਹ ਦੀਵਾਰ ਤੱਕ ਦੇ ਸਕਦਾ, ਉਸ ਤੋਂ ਪਾਰ ਨਹੀਂ ਦੇਖ ਸਕਦਾ। ਇਸ ਵਾਸਤੇ ਸਿਲੈਕਸ਼ਨ ਕਮੇਟੀ ਤੇ ਮੈਨੂੰ ਬੜਾ ਇਤਰਾਜ਼ ਹੈ ਕਿ ਉਹਨੇ ਟੀਮ ਸਿਲੈਕਟ ਸਹੀ ਨਹੀਂ ਕੀਤੀ। ਦੂਸਰੀ ਜਿਹੜੀ ਗੱਲ ਹੈ ਉਹ ਇਹ ਬਾਬਰ ਸਾਹਿਬ ਦੀ। ਬਾਬਰ ਆਜ਼ਮ ਆਪਣੀ ਯਾਰੀਆਂ ਦੋਸਤੀਆਂ ਪਾਲ ਰਹੇ ਨੇ, ਮੁਸਲਸਲ ਸ਼ਦਾਬ ਨੂੰ ਖਿਲਾ ਰਹੇ ਨੇ, ਮੁਸਲਸਲ ਆਜ਼ਮ ਖਾਨ ਨੂੰ ਖਿਲਾ ਰਹੇ ਨੇ। ਛੋਟਾ ਜਿਹਾ ਸਵਾਲ ਹੈ ਕਿ ਆਜ਼ਮ ਖਾਨ ਨੇ ਪਿਛਲੇ ਮੈਚ ਵੀ 0 ਕੀਤਾ ਇੰਗਲੈਂਡ ਦੇ ਖਿਲਾਫ, ਅੱਜ ਵੀ 0 ਕੀਤਾ, ਔਰ ਅੱਗੋਂ ਵੀ ਉਹਦਾ ਕੋਈ ਚਾਂਸ ਨਹੀਂ ਹੈ। ਉਹ ਇੰਝ ਖੇਡਿਆ ਹੁੰਦਾ ਜਿਵੇਂ ਕਲੱਬ ਮੈਚ ਖੇਡਿਆ, ਬਲਕਿ ਕਲੱਬ ਮੈਚ ਵੀ ਚੰਗਾ ਖੇਡਿਆ ਜਾਂਦਾ ਹੈ, ਲੇਕਿਨ ਬਾਬਰ ਉਹਨੂੰ ਖਿਲਾਉਣ ਤੇ ਬਾਜ਼ੀਦ ਦੇ। ਮੈਂ ਕਹਿੰਦਾ ਉਹਦੀ ਜਗ੍ਹਾ ਤੇ ਸਾਇਮ ਅਯੂਬ ਨੂੰ ਖਿਲਾ ਲਓ ਮਿਡਲ ਆਰਡਰ 'ਚ, 30-35 ਸਕੋਰ ਤੇ ਕਰੇਗਾ ਹੀ ਨਾ, ਔਰ ਉਹ ਕਰਦਾ ਵੀ ਰਿਹਾ। ਲੇਕਿਨ ਉਹਦੀ ਯਾਰੀ ਦੋਸਤੀ, ਉਹਦੀ ਪਰਚੀ, ਉਹਦਾ ਸਾਰਾ ਕੁਝ ਜਿਹੜਾ ਉਹ ਬਾਬਰ ਆਜ਼ਮ ਦੀ ਜਿਹੜੀ ਅਨਾ ਹੈ ਨਾ, ਉਹ ਸਾਨੂੰ ਨੁਕਸਾਨ ਪਹੁੰਚਾ ਰਹੀ ਹੈ। ਲੋ ਜੀ, ਇਹ ਤਬਸਰਾ ਸੀ ਹਾਸ਼ਮੀ ਸਾਹਿਬ ਦਾ, ਔਰ ਅਸੀਂ ਵੇਖਣ ਡਏ ਹਾਂ ਕਿ ਇੱਕ ਮਕਬੂਲ ਖੇਡ ਜਿਹਦੇ ਨਾਲ ਹਰ ਬੰਦੇ ਦੇ ਦਿਲਚਸਪੀ ਹੈ ਔਰ ਹਰ ਬੰਦਾ ਉਹਦੇ 'ਚ ਇਨਵਾਲਵ ਹੁੰਦਾ ਹੈ, ਉਹ ਇੱਕ ਕਹਿ ਲਓ ਕਿ ਨਾਕਬਦ ਅੰਦੇਸ਼ੀ ਔਰ ਬੈਡ ਗਵਰਨੈਂਸ ਔਰ ਉਹਦੀ ਕੇਅਰ ਨਾ ਕਰਨ ਦੀ ਵਜ੍ਹਾ ਨਾਲ ਇਹ ਖੇਡ ਦਾ ਹਾਲ ਵੀ ਉਹੀ ਹੋ ਰਿਹਾ ਹੈ ਜਿਹੜਾ ਅਸੀਂ ਪਹਿਲੇ ਹਾਕੀ ਦਾ ਕਰ ਚੁੱਕੇ ਹਾਂ। ਤੇ ਇਜਾਜ਼ਤ ਦਿਓ, ਅਗਲੇ ਵਲੌਗ ਦੇ ਨਾਲ ਫਿਰ ਤੁਹਾਡੇ